ਜੰਤਰ ਮੰਤਰ ਤੇ ਆਮ ਆਦਮੀ ਪਾਰਟੀ ਦਾ ਅੱਜ ਹੱਲਾ ਬੋਲ ਹੈ। ਮੀਤ ਹੇਅਰ ਸਾਡੇ ਨਾਲ ਨੇ। ਕਿੰਨਾ ਇੰਪੋਰਟੈਂਟ ਸੀਗਾ ਕਿ ਜਿੱਥੇ ਰਾਹੁਲ ਗਾਂਧੀ ਪੰਜਾਬ ਜਾਂਦੇ ਆ, ਸੁਖਬੀਰ ਬਾਦਲ ਔਰ ਅਕਾਲੀ ਦਲ ਅਕਾਲ ਤਖਤ ਸਾਹਿਬ ਜਾਂ ਬਾਕੀ ਤਖਤਾਂ ਤੋਂ ਚੰਡੀਗੜ੍ਹ ਜਾਂਦੇ ਆ, ਪਰ ਆਮ ਆਦਮੀ ਪਾਰਟੀ ਦਿੱਲੀ ਆਈ ਹੈ। ਮੱਕੜ ਸਾਹਿਬ, ਤੁਹਾਨੂੰ ਪਤਾ ਕਿ ਪੰਜਾਬ ਤਾਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇਗੀਆਂ, ਉਹਨਾਂ ਨੂੰ ਅਸੀਂ ਸਲਾਮ ਕਰਦੇ ਆ, ਉਹਨਾਂ ਦੇ ਜਜ਼ਬੇ ਨੂੰ। ਉਹੀ ਸਾਰੇ ਪੰਜਾਬ ਨੂੰ ਤਾਂ ਪਹਿਲਾਂ ਹੀ ਜਾਮ ਕਰੀ ਬੈਠੇ ਆ। ਜਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਜਿੰਨੇ ਪੰਜਾਬ ਦੇ ਵਿੱਚ ਵਪਾਰ ਚੱਲਦੇ ਆ, ਉਹਨਾਂ ਨੂੰ ਉਹ ਬੰਦ ਕਰੀ ਬੈਠੇ ਆ। ਸੋ ਇਹ ਜ਼ਰੂਰਤ ਜਿਹੜੇ ਰਾਹੁਲ ਗਾਂਧੀ ਜੀ ਵੀ ਜਿਹੜੇ ਲੋਕ ਸਭਾ ਦੇ ਵਿੱਚ ਹਾਜ਼ਰ ਨਹੀਂ ਹੋਏ, ਜਿਹੜੇ ਡਿਬੇਟ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਨਹੀਂ ਲਿਆ, ਉਹਨਾਂ ਨੂੰ ਪੰਜਾਬ ਜਾਣ ਦੀ ਬਜਾਏ ਉਹਨਾਂ ਨੂੰ ਵੀ ਨਾ, ਕਿਉਂਕਿ ਬੜੀ ਵੱਡੀ ਉਹਨਾਂ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਪਾਰਟੀ ਹੈ। ਮੈਂ ਕਹਿਣਾ ਇਕੱਲੇ ਦਿੱਲੀ ਨਹੀਂ, ਉਹਨਾਂ ਨੂੰ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਪਾਰਟੀ ਆ ਉਹਨਾਂ ਦੀ, ਸਾਰੇ ਕਿਤੇ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਸੀ ਤੇ ਇੱਥੇ ਪਾਰਲੀਮੈਂਟ ਦਾ ਉਹਨਾਂ ਨੂੰ ਘਿਰਾਓ ਕਰਨਾ ਚਾਹੀਦਾ ਸੀਗਾ। ਪਰ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ, ਉਹ ਤੁਹਾਨੂੰ ਵੀ ਪਤਾ ਕਿ ਸਾਰੇ ਪੰਜਾਬ ਨੂੰ ਪਤਾ ਕਿ ਅੱਜ ਅਕਾਲੀ ਦਲ ਤੇ ਕਾਂਗਰਸ, ਚਾਹੇ ਉਹ ਤਖਤਾਂ ਤੋਂ ਜਿਹੜੇ ਆ ਮਾਰਚ ਕੱਢੀ ਜਾਣ, ਚਾਹੇ ਰਾਹੁਲ ਗਾਂਧੀ ਜੀ ਪੰਜਾਬ 'ਚ ਜਾ ਕੇ ਮਾਰਚ ਕੱਢੀ ਜਾਣ, ਪਰ ਜਿਹੜੀ ਉਹਨਾਂ ਦੀ ਪੋਜੀਸ਼ਨ ਇਸ ਬਿੱਲ ਨੂੰ ਲੈ ਕੇ ਆ, ਕਿਉਂਕਿ ਕਾਂਗਰਸ ਦੇ ਖੁਦ ਦੇ ਮੈਨੀਫੈਸਟੋ ਦੇ ਵਿੱਚ ਸੀ 2019 ਦੇ ਵਿੱਚ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ ਵੀ ਇਹ ਬਿੱਲ ਲੈ ਕੇ ਆਵਾਂਗੇ। ਤੇ ਅਕਾਲੀ ਦਲ 15 ਸਤੰਬਰ ਤੋਂ ਪਹਿਲਾਂ ਤੱਕ ਮੈਨੂੰ ਇੱਕ ਵੀ ਸਟੇਟਮੈਂਟ ਉਹਨਾਂ ਦੀ ਦਿਖਾ ਦਿਓ ਜਿਹੜੀ ਇਹਨਾਂ ਦੇ ਬਿੱਲਸ ਦੇ ਅਗੇਂਸਟ ਹੈ। 5 ਜੂਨ ਤੋਂ ਲੈ ਕੇ 15 ਸਤੰਬਰ ਤੱਕ ਪੂਰਾ ਪਰਿਵਾਰ ਹੈ ਜਿਹੜਾ ਇਸ ਬਿੱਲ ਦੀ ਵਕਾਲਤ ਕਰੀ ਗਿਆ। ਇੱਥੋਂ ਤੱਕ ਵੱਡੇ ਬਾਦਲ ਸਾਹਿਬ ਦੀ, ਜਿਹੜੇ ਉਸ ਪਾਰਟੀ ਦੇ ਸਰਪ੍ਰਸਤ ਨੇ, 5 ਵਾਰੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਦੀ ਇੱਕੋ ਸਟੇਟਮੈਂਟ ਅੱਜ ਤੱਕ ਆਈ ਹੈ, ਇੱਕੋ ਆਈ ਹੈ, ਉਹ ਬਿੱਲਾਂ ਦੇ ਹੱਕ 'ਚ ਆਈ ਹੈ। ਉਹਨਾਂ ਤਾਂ ਬਿੱਲਾਂ ਦੇ ਵਿਰੋਧ ਅੱਜ ਤੱਕ ਸਟੇਟਮੈਂਟ ਨਹੀਂ ਆਈ। ਸੋ ਅਕਾਲੀ ਦਲ ਨੂੰ ਮਾਰਚ ਕੱਢਣ ਤੋਂ ਪਹਿਲਾਂ ਬਾਦਲ ਸਾਹਿਬ ਦਾ, ਜਿਨ੍ਹਾਂ ਦਾ ਇੱਕੋ ਬਿਆਨ ਆਇਆ, ਵੀ ਸਪਸ਼ਟ ਕਰਨਾ ਚਾਹੀਦਾ ਵੀ ਬਾਦਲ ਸਾਹਿਬ ਦਾ ਇਹਨਾਂ ਦੇ ਵਿਰੋਧ 'ਚ ਬਿਆਨ ਆਇਆ ਕਿ ਨਹੀਂ। ਅੱਜ ਵੀ ਬਾਦਲ ਸਾਹਿਬ ਦੀ ਕੀ ਪੋਜੀਸ਼ਨ ਹੈ, ਉਹ ਅੱਜ ਵੀ ਹੱਕ 'ਚ ਨੇ ਕਿ ਵਿਰੋਧ 'ਚ ਨੇ। ਤੇ ਵੱਡਾ ਸਵਾਲ ਇਹ ਹੈ ਕਿ ਜਿਵੇਂ ਹੁਣ ਕਿਸਾਨ ਅੰਦੋਲਨ ਚੱਲ ਰਿਹਾ ਹੈ, ਕੈਪਟਨ ਸਾਹਿਬ ਤੇ ਉਹਨਾਂ ਦੇ ਵਜ਼ੀਰ ਕਹਿ ਦਿੰਦੇ ਆ ਕੋਲੇ ਦੀ ਘਾਟ ਹੈ, ਜਿਹੜੇ ਚੇਅਰਮੈਨ ਨੇ ਪਾਵਰਕਾਮ ਦੇ ਉਹ ਕਹਿੰਦੇ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ, ਤਾਂ ਇਹ ਚੱਲ ਕੀ ਰਿਹਾ? ਦੇਖੋ, ਕੈਪਟਨ ਸਾਹਿਬ ਨੂੰ ਵੀ ਜਦੋਂ ਮੋਦੀ ਸਾਹਿਬ ਦਾ ਮੈਨੂੰ ਲੱਗਦਾ ਪ੍ਰੈਸ਼ਰ ਅੱਜ ਦੀ ਘੜੀ ਪੈ ਰਿਹਾ, ਇਸੇ ਕਰਕੇ ਉਹਨਾਂ ਨੇ ਸੈਸ਼ਨ ਬੁਲਾਉਣ ਤੋਂ ਵੀ ਮਨਾ ਕਰ ਦਿੱਤਾ। ਜਿਹੜੇ 3 ਦਿਨ ਦਾ ਪੰਜਾਬ ਦੇ ਵਿੱਚ ਮਾਰਚ ਕੱਢ ਸਕਦੇ ਆ ਰਾਹੁਲ ਗਾਂਧੀ ਜੀ ਨੂੰ ਲੈ ਕੇ, ਸਾਰੇ ਮਾਲਵੇ 'ਚ ਗੇੜਾ ਦੇ ਸਕਦੇ ਆ, ਜਿਹੜੇ ਲੋਕਾਂ ਨੂੰ ਇਹ ਦਿਖਾਉਣ ਦੇ ਲਈ ਵੀ ਮੈਂ ਕਿਸਾਨਾਂ ਦਾ ਬੜਾ ਹਤੈਸ਼ੀ ਆ, ਜਿਹੜੇ ਇਹ ਬਿਆਨ ਦੇ ਸਕਦਾ ਵੀ ਪੰਜਾਬ ਦੇ ਲੋਕੋ ਦਿੱਲੀ ਚੱਲੋ, ਮੈਂ ਲੀਡ ਕਰਦਾ, ਮੇਰੇ ਨਾਲ ਚੱਲੋ, ਮੈਂ ਜਾ ਕੇ ਗੱਲ ਕਰਨ ਲਈ ਤਿਆਰ ਆ। ਉਹ ਪੰਜਾਬ ਦੇ ਉਹਨਾਂ ਲੋਕਾਂ ਦੀ ਖਾਤਰ ਜਿਹੜੇ ਆਪਦਾ ਕੰਮਕਾਰ ਛੱਡ ਕੇ ਤਪਦੀਆਂ ਧੁੱਪਾਂ ਦੇ ਵਿੱਚ ਬੈਠੇ ਆ, ਉਹਨਾਂ ਲਈ ਜਿਹੜੇ 1 ਦਿਨ ਦਾ ਸੈਸ਼ਨ ਬੁਲਾਉਣ ਲਈ ਨਹੀਂ ਤਿਆਰ। ਤੁਸੀਂ ਇਹ ਦੱਸੋ ਵੀ ਉਹਨਾਂ ਦੀ ਅੱਜ ਦੀ ਘੜੀ ਪੋਜੀਸ਼ਨ ਕੀ ਹੋ ਚੁੱਕੀ ਆ। ਅੱਜ ਕੈਪਟਨ ਸਾਹਿਬ ਉਹੀ ਕਰ ਰਹੇ ਆ ਜੋ ਉੱਪਰੋਂ ਸੈਂਟਰ ਸਰਕਾਰ ਉਹਨਾਂ ਨੂੰ ਕਹਿ ਰਹੀ ਹੈ। ਸੈਂਟਰ ਸਰਕਾਰ ਦਾ ਪ੍ਰੈਸ਼ਰ ਪੈਣਾ ਸ਼ੁਰੂ। ਸੈਂਟਰ ਦਾ ਕੀ ਪ੍ਰੈਸ਼ਰ ਹੋ ਸਕਦਾ ਕੈਪਟਨ? ਇਹੀ ਪ੍ਰੈਸ਼ਰ ਹੈ ਵੀ ਇਹਨਾਂ ਨੂੰ ਉਠਾਓ, ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਇਹਨਾਂ ਨੂੰ ਉਠਾਓ। ਇੱਕੋ ਹੋਇਆ ਨਹੀਂ। ਤੁਸੀਂ ਦੱਸੋ, ਚੇਅਰਮੈਨ ਨੂੰ ਬਿਜਲੀ ਬੋਰਡ ਦੇ ਨੂੰ ਜ਼ਿਆਦਾ ਪਤਾ ਹੋਊਗਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ। ਉਹ ਤਾਂ ਕਹਿ ਰਿਹਾ ਜੀ ਫੌਜ ਕੋਲੇ ਕਹਿੰਦੇ ਅਸਲਾ ਖਤਮ ਹੋ ਗਿਆ, ਕੋਈ ਲੜਾਈ ਲੱਗੀ ਨਹੀਂ ਹੋਈ। ਮੈਨੂੰ ਸਮਝ ਨਹੀਂ ਆਉਂਦੀ ਫੌਜ ਕੋਲੇ ਅਸਲਾ ਕਾਹਦਾ ਖਤਮ ਹੋ ਗਿਆ। ਇਹਦਾ ਮਤਲਬ ਜੇ ਕੱਲ ਨੂੰ ਸਾਡੀ ਲੜਾਈ ਲੱਗ ਜੇ ਤਾਂ ਕੋਲ ਫੌਜ ਕੋਲ ਅਸਲਾ ਵੀ ਨਹੀਂ ਹੁੰਦਾ। ਸੋ ਬਿਲਕੁਲ ਜਿਹੜੀਆਂ ਅੱਜ ਕਾਂਗਰਸ ਦੇ ਜਿਹੜੇ ਮਿਨਿਸਟਰ ਨੇ, ਚਾਹੇ ਉਹਨਾਂ ਦੇ ਸੀਐਮ ਸਾਹਿਬ ਨੇ, ਕੈਪਟਨ ਸਾਹਿਬ, ਉਹ ਬੇਤੁਕੀਆਂ ਸਟੇਟਮੈਂਟਸ ਜਿਹੜੀਆਂ ਪਹਿਲਾਂ ਤਾਂ ਤੁਸੀਂ ਬਿਆਨ ਦਿੰਦੇ ਰਹੇ, ਪਰ ਹੁਣ ਜਿਵੇਂ ਸੰਘਰਸ਼ ਆ ਜਿਹੜਾ ਤਿੱਖਾ ਹੋ ਰਿਹਾ ਹੈਗਾ, ਐਜੀਟੇਸ਼ਨ ਜਾ ਕਿੱਧਰ ਨੂੰ ਰਿਹਾ? ਤੁਹਾਨੂੰ ਦਿਸ ਕੀ ਰਿਹਾ? ਗਾਂ ਕੁਝ ਨਜ਼ਰ ਆ ਰਿਹਾ? ਦੇਖੋ ਮੱਕੜ ਸਾਹਿਬ, ਜਿਹੜਾ ਸਾਡੀ ਡੈਮੋਕ੍ਰੇਸੀ ਦੇ ਵਿੱਚ ਜੇ ਕੋਈ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਦੇ ਵਿਰੋਧੀ ਜੇ ਕੋਈ ਕਾਨੂੰਨ ਲੈ ਕੇ ਆਉਣ ਲੱਗ ਜਾਣ, ਉਹਨਾਂ ਦੇ ਵਿਰੋਧੀ ਫੈਸਲੇ ਸੁਣਾਉਣ ਲੱਗ ਜਾਣ, ਤਾਂ ਸੰਘਰਸ਼ ਕਰਨਾ ਲੋਕਾਂ ਦਾ ਹੱਕ ਹੈ। ਲੋਕਾਂ ਦਾ ਇਹ ਮੈਂ ਸਮਝਦਾ ਕਿ ਲੜਨਾ ਉਹਨਾਂ ਦਾ ਇਹ ਜ਼ਰੂਰੀ ਵੀ ਹੈ ਅੱਜ ਦੀ ਘੜੀ। ਤੇ ਜੇ ਅੱਜ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਮੋਦੀ ਅੱਜ ਝੁਕ ਜੂਗਾ ਜਾਂ ਮਹੀਨੇ ਨੂੰ ਝੁਕ ਜੂਗਾ, ਨਾ ਵੀ ਝੁਕੇ, ਪਰ ਇਹ ਨਾ ਮੁੱਦਾ ਇਹ ਠੰਡਾ ਨਹੀਂ ਹੋਣਾ ਚਾਹੀਦਾ। ਜੇ ਅੱਜ ਇੱਥੇ ਪਾਰਲੀਮੈਂਟ 'ਚ ਉਹਨਾਂ ਦੀ ਬਹੁਮਤ ਹੈ, ਜਿਹੜੇ ਕਾਨੂੰਨ ਨੂੰ ਜਿਨ੍ਹਾਂ ਨੇ ਪਾਸ ਕਰਤਾ, ਜੇ ਮੁੱਦਾ ਬਣਿਆ ਰਹੂਗਾ ਕਿਸਾਨਾਂ ਦਾ, ਤਾਂ ਕੋਈ ਵੀ ਪੋਲੀਟੀਕਲ ਜਿਹੜੀ ਪਾਰਟੀ ਜਿਹਨੇ ਇਲੈਕਸ਼ਨ ਲੜਨੀ ਹੈ, ਘੱਟੋ ਘੱਟ ਉਹਨਾਂ ਦੇ ਜਿਹੜਾ ਇਹ ਏਜੰਡੇ ਦੇ ਵਿੱਚ ਰਹੂਗਾ। ਜੇ ਅੱਜ ਪਾਰਲੀਮੈਂਟ ਦੇ ਵਿੱਚ ਉਹ ਲੋਕ ਬੈਠੇ ਨੇ ਜਿਨ੍ਹਾਂ ਨੇ ਇਹਨੂੰ ਪਾਸ ਕਰਤਾ, ਤਾਂ ਆਉਣ ਵਾਲੇ ਸਮੇਂ 'ਚ
ਜਿਹੜੇ ਪੰਜਾਬ ਦੇ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਉਹਨਾਂ ਲੋਕਾਂ ਨੂੰ ਭੇਜ ਦੇਣਗੇ ਜਿਹੜੇ ਇਹਨਾਂ ਨੂੰ ਰੱਦ ਕਰ ਦੇਣਗੇ। ਤੁਹਾਡੀ ਪਾਰਟੀ ਕੋਈ ਰੂਪਰੇਖਾ ਦੇਊਗੀ ਗਾਂ, ਜਾਂ ਜਥੇਬੰਦੀਆਂ ਦੇ ਨਾਲ ਜੇ ਚੱਲਣਾ ਪੈਂਦਾ ਹੈ ਤਾਂ ਨਾਲ ਚੱਲੋ? ਕਿਉਂਕਿ ਅਰਵਿੰਦ ਕੇਜਰੀਵਾਲ ਨੇ ਬਹੁਤ ਪਹਿਲਾਂ ਅੰਬਾਨੀਆਂ ਦੇ ਖਿਲਾਫ ਪਰਚੇ ਦਰਜ ਕਰਨ ਦੀ ਗੱਲ ਕਹੀ ਸੀਗੀ। ਦੇਖੋ ਮੱਕੜ ਸਾਹਿਬ, ਸਾਡੀ ਪਹਿਲੇ ਦਿਨ ਤੋਂ ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ, ਅਸੀਂ ਸਾਡੇ ਵਰਕਰਸ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਦੁਬਾਰਾ ਅਪੀਲ ਕੀਤੀ ਵੀ ਆਪਾਂ ਇਹਨਾਂ ਦੇ ਸੰਘਰਸ਼ ਨੂੰ ਨਾ ਡਿਵਾਈਡ ਨਹੀਂ ਕਰਨਾ, ਇਹਨਾਂ ਦੀ ਮੂਵਮੈਂਟ ਨੂੰ ਡਿਵਾਈਡ ਨਹੀਂ ਕਰਨਾ, ਤਾਰ-ਪਿੱਟੋ ਨਹੀਂ ਕਰਨਾ। ਆਪਾਂ ਪੈਰਲਲ ਇਹਨਾਂ ਦੇ ਪ੍ਰੋਗਰਾਮ, ਜਿਵੇਂ 25 ਨੂੰ ਉਹਨਾਂ ਨੇ ਰੱਖਿਆ ਸੀ, ਅਸੀਂ 25 ਨੂੰ ਆਪਦਾ ਕੋਈ ਪ੍ਰੋਗਰਾਮ ਨਹੀਂ ਰੱਖਿਆ। ਅਸੀਂ ਸਾਡੇ ਵਰਕਰਸ ਨੂੰ, ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਵੀ ਆਪਾਂ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਜਿਹੜੇ ਆ ਇਕੱਠੇ ਹੋਈਏ। ਉਸ ਤੋਂ ਬਾਅਦ ਵੀ ਅਸੀਂ ਲਗਾਤਾਰ ਇਹੀ ਅਪੀਲ ਪੰਜਾਬ ਦੇ ਲੋਕਾਂ ਨੂੰ, ਸਾਡੇ ਵਰਕਰ ਨੂੰ ਵੀ ਕਰਦੇ ਆ ਵੀ ਆਪਾਂ ਉਹਨਾਂ ਦੇ ਝੰਡੇ ਥੱਲੇ ਹੋ ਕੇ ਜਿਹੜੀ ਹੈ ਲੜਾਈ ਲੜੀਏ। ਤੇ ਬਾਕੀ ਜਿੱਥੋਂ ਤੱਕ ਰਿਹਾ ਅੰਬਾਨੀਆਂ ਡਾਨੀਆਂ ਦਾ, ਸਾਡੀ ਸ਼ੁਰੂ ਤੋਂ ਜਿਹੜੀ ਪਾਰਟੀ ਆ ਉਹ ਜਿਹੜੀ ਇੱਕ ਸੋਸ਼ਲਿਸਟ ਸਟਰਕਚਰ ਤੇ ਜਿਹੜੀ ਹੈ ਕੰਮ ਕਰਦੀ ਹੈਗੀ। ਅਸੀਂ ਲਗਾਤਾਰ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ, ਜਿਹੜੇ ਅੱਜ ਕਹਿ ਲਓ ਹਿੰਦੁਸਤਾਨ ਦੀ ਸਰਕਾਰ ਰਾਹੀਂ ਸਾਰੇ ਸਟੇਟਸ ਤੇ ਪੂਰੇ ਹਿੰਦੁਸਤਾਨ ਤੇ ਕਬਜ਼ਾ ਕਰਨ ਲੱਗੇ ਹੋਏ ਆ, ਜਿਹੜੇ ਮਾਨੀ ਸਾਹਿਬ ਲਗਾਤਾਰ 13ਵੀਂ ਵਾਰ ਸਭ ਤੋਂ ਅਮੀਰ ਵਿਅਕਤੀ ਬਣ ਕੇ ਦੁਬਾਰਾ ਆ ਗਏ ਆ। ਪਰ ਉਹ ਦੇਸ਼ ਚੋਂ ਆ ਰਿਹਾ ਜਿੱਥੇ ਲੋਕ ਦਿਨੋਂ ਦਿਨ ਜਿਹੜੇ ਆ ਗਰੀਬ ਹੁੰਦੇ ਜਾਂਦੇ ਆ। ਸੋ ਅਸੀਂ ਲਗਾਤਾਰ, ਸਾਡਾ ਪਾਰਟੀ ਦਾ ਪਹਿਲੇ ਦਿਨ ਤੋਂ ਇਹ ਸਟੈਂਡ ਰਿਹਾ ਹੈਗਾ ਕਿ ਅਸੀਂ ਛੋਟੇ ਵਪਾਰੀਆਂ ਦੇ ਨਾਲ, ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ ਖੜੇ ਆ। ਤੇ ਜਿਹੜੇ ਵੀ ਵੱਡੇ ਲੋਕ ਆ ਕੇ ਇਹਨਾਂ ਦਾ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਦੇ ਵਿਰੁੱਧ ਜਿਹੜੀ ਅਸੀਂ ਲੜਾਈ ਆ ਉਹ ਲੜਦੇ ਰਹਾਂਗੇ। ਤੁਹਾਨੂੰ ਲੱਗਦਾ ਇਹ ਤਰੀਕਾ ਠੀਕ ਹੈ, ਰਿਲਾਇੰਸ ਦੇ ਪੰਪ ਘੇਰਨੇ ਜਾਂ ਮਾਲਸ ਘੇਰਨੇ, ਜਾਂ ਇਸ ਤੋਂ ਵੀ ਕੋਈ ਬਿਹਤਰ ਮਾਡਲ ਹੋ ਸਕਦਾ ਹੈ? ਇਸ ਤੋਂ ਅੱਗੇ ਦਾ ਕੋਈ ਸੋਚਿਆ ਜਾ ਸਕਦਾ ਹੈ? ਦੇਖੋ, ਜਿਹਦੀ ਸਰਕਾਰ ਹੋਵੇ ਤਾਂ ਸਰਕਾਰ ਬੜੇ ਕਾਨੂੰਨ ਬਣਾ ਸਕਦੀ ਹੈ। ਸਰਕਾਰ ਕੋਲੇ ਕਾਨੂੰਨ ਬਣ ਸਕਦੇ ਆ ਵੀ ਭਾਈ ਇੱਥੇ ਕੋਈ ਪ੍ਰਾਈਵੇਟ ਪਲੇਅਰ ਐਂਟਰ ਨਹੀਂ ਹੋਊਗਾ, ਕੋਈ ਪ੍ਰਾਈਵੇਟ ਪਲੇਅਰ ਆ ਕੇ ਕਿਸੇ ਦੀ ਜ਼ਮੀਨ ਨੂੰ ਇਦਾਂ ਖਰੀਦ ਨਹੀਂ ਸਕੂਗਾ। ਕੋਈ ਕਲੌਜ਼ ਆ ਜਿਹੜੇ ਸਰਕਾਰ ਬੜੇ ਪਾ ਸਕਦੀ ਹੈਗੀ। ਪਰ ਜਿੰਨਾ ਟਾਈਮ ਇਹ ਜਿਹੜੇ ਲੋਕ ਨੇ, ਜਿੰਨਾ ਟਾਈਮ ਇਹ ਸਰਕਾਰ 'ਚ ਨਹੀਂ ਹੈਗੇ, ਉਹਨਾਂ ਟਾਈਮ ਇਹ ਜਿਹੜਾ ਸੰਘਰਸ਼ ਹੀ ਕਰ ਸਕਦੇ ਆ ਤਾਂ ਕਿ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਸਕੇ ਕਿ ਉਹ ਇਦਾਂ ਦੇ ਕਾਨੂੰਨ ਲੈ ਕੇ ਆਉਣ ਜਿਹੜੇ ਕਿਸਾਨਾਂ ਦੇ, ਜਿਹੜੇ ਲੋਕਾਂ ਦੇ ਹਿੱਤ 'ਚ ਹੋਣ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਔਰ ਅੱਜ ਦਾ ਮੈਨੂੰ ਇਹ ਦੱਸ ਦਿਓ ਕਿ ਕਿੰਨੀ ਦੇਰ ਤੱਕ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਇੱਥੇ ਪਹੁੰਚ ਰਹੇ ਆ? ਬੜੀ ਜਲਦੀ ਜੀ ਜਿਹੜੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਵੀ ਪਹੁੰਚਣਗੇ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਵੀ ਜਿਹੜੀ ਸ਼ਮੂਲੀਅਤ ਕਰਨਗੇ। ਮੈਨੂੰ ਲੱਗਦਾ ਘੰਟੇ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ ਸ਼ੰਭੂ ਤੋਂ ਆਉਣ ਤੇ ਜਾਂ ਅੱਗੇ ਦਿੱਲੀ ਐਂਟਰ ਕਰਨ 'ਚ? ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੋ ਰਹੀ? ਦੇਖੋ, ਪੁਲਿਸ ਵਾਲੇ 2-3 ਜਗ੍ਹਾ ਉਹਨਾਂ ਦੇ ਨਾਕੇ ਤਾਂ ਲੱਗੇ ਹੋਏ ਨੇਗੇ ਹਨਾ ਵੀ, ਪਰ ਕਈ ਗੱਡੀਆਂ ਰੁਕੀਆਂ ਵੀ ਹੋਈਆਂ ਸੀਗੀਆਂ। ਪਰ ਸਾਨੂੰ ਕਿਉਂਕਿ ਟ੍ਰੈਫਿਕ ਜਾਮ ਬੜਾ ਹੋਇਆ ਹੈਗਾ ਪਿੱਛੇ, ਉਹ ਚੈਕਿੰਗ ਤਾਂ ਜ਼ਰੂਰ ਕਰ ਰਹੇ ਆ, ਪਰ ਮੈਨੂੰ ਇਹ ਨਹੀਂ ਪਤਾ ਵੀ ਰੋਕ ਰਹੇ ਆ ਨਹੀਂ ਰੋਕ ਰਹੇ ਚੈਕਿੰਗ। ਪਰ ਉਹਨਾਂ ਦੀ ਬੜੀ ਜ਼ਬਰਦਸਤੀ ਨਾਲ 2 ਜਗ੍ਹਾ ਰਸਤੇ ਚੱਲ ਰਹੀ ਹੈ। ਬਹੁਤ ਧੰਨਵਾਦ, ਓਨੈਸਟ, ਬੜਾ ਓਨੈਸਟ ਜਿਹਾ ਜਵਾਬ ਹੈ। ਨਹੀਂ ਤਾਂ ਆਮ ਤੌਰ ਤੇ ਸਿਆਸਤਦਾਨ ਕਹਿ ਦਿੰਦਾ ਹੁੰਦਾ ਵੀ ਹਾਂਜੀ ਬਹੁਤ ਥਾਂ ਸਾਡੇ ਬੰਦੇ ਰੋਕ ਰੱਖੇ ਹੈ। ਨਹੀਂ ਦੇਖੋ, ਜਿਹੜੇ ਲੋਕ ਨੇ ਨਾ, ਕਿਉਂਕਿ ਕਿਹੜਾ ਕਿਸੇ ਨੇ ਚੈੱਕ ਕਰਨਾ ਜਾ ਕੇ ਵੀ ਕਿੱਥੇ ਕਿੱਥੇ ਰੋਕਿਆ, ਕਿੱਥੇ ਨਹੀਂ ਰੋਕਿਆ। ਲੋਕ ਅਕਸਰ ਹੀ ਸਿਆਸਤਦਾਨ ਇਹ ਕਹਿ ਦਿੰਦੇ ਵੀ ਥਾਂ ਥਾਂ ਰੋਕ ਰਹੇ ਆ ਜੀ। ਲੋਕ ਅੱਜ ਕੱਲ ਨਾ ਬੜੇ ਸਿਆਣੇ ਨੇ। ਅਸੀਂ ਸਾਰਾ ਦਿਨ ਲੋਕਾਂ 'ਚ ਰਹਿਣ ਵਾਲੇ ਹਿਸਾਬ ਦੇ ਆਪ ਨੂੰ ਲੀਡਰ ਮੰਨਦੇ ਹੀ ਨਹੀਂ, ਲੋਕਾਂ ਦੇ ਅਸੀਂ ਸੇਵਕ ਆ। ਸੋ ਜਿਹੜੀ ਪਬਲਿਕ ਆ, ਤੁਸੀਂ ਇੱਕ ਦਿਨ ਝੂਠ ਬੋਲ ਕੇ ਗਮਰਾਹ ਕਰ ਸਕਦੇ ਹੋ, 2 ਦਿਨ ਕਰ ਸਕਦੇ ਹੋ, ਪਰ ਲੋਕਾਂ ਨੂੰ ਐਟ ਦੀ ਐਂਡ ਸਭ ਕੁਝ ਪਤਾ ਜਿਹੜਾ ਉਹ ਲੱਗ ਹੀ ਜਾਂਦਾ ਹੈਗਾ ਹਨਾ। ਸੋ ਸਾਡੀ ਰਾਜਨੀਤੀ ਹੈ ਨਾ ਜੀ, ਅਕਸਰ ਰੈਲੀਆਂ 'ਚ ਜਾਂ ਕਹਿੰਦੇ ਵੀ ਭੀੜ ਇੰਨੀ ਹੈ ਸਾਡੇ ਤੋਂ ਇਕੱਠ ਸੰਭਾਲਿਆ ਨਹੀਂ ਜਾ ਰਿਹਾ, ਪਿੱਛੇ ਅਜੇ ਕਈ ਕਿਲੋਮੀਟਰ ਤੇ ਬੱਸਾਂ ਖੜੀਆਂ ਜੋ ਲੋਕ ਆ ਹੀ ਨਹੀਂ ਸਕੇ, ਅਕਸਰ ਕਿਹਾ ਜਾਂਦਾ ਹੁੰਦਾ। ਉਹ ਫਿਰ ਦੇਖੋ, ਜਦੋਂ ਐਦਾਂ ਦੇ ਲੀਡਰ ਹੋਣ ਜਿਹੜੇ ਪਾਣੀ ਵਾਲੀਆਂ ਬੱਸਾਂ ਚਲਾਉਂਦੇ ਹੋਣ ਪੰਜਾਬ ਦੇ ਵਿੱਚ, ਜਾਂ ਜਿਹੜੇ ਬੰਬ ਵਾਲੀਆਂ ਸੜਕਾਂ ਬਣਾਉਂਦੇ ਹੋਣ, ਤਾਂ ਐਡੇ ਕੁ ਗੱਪ ਮਾਰਨੇ ਵੀ ਜਾਮ ਲੱਗੇ ਹੋਏ ਨੇ ਜੀ, ਸੜਕਾਂ ਭਰੀਆਂ ਹੋਈਆਂ, ਤਾਂ ਬੜੀਆਂ ਛੋਟੀਆਂ ਗੱਲਾਂ ਨੇ ਉਹਨਾਂ ਦੇ ਲਈ। ਸੋ ਉਹ ਜਿਹੜਾ ਉਹਨਾਂ ਦਾ ਕਿਰਦਾਰ ਹੈ ਉਹ ਆਪਦੇ ਹਿਸਾਬ ਨਾਲ ਸਿਆਸਤ ਕਰਦੇ ਆ। ਜਿਹੜਾ ਸਾਡਾ ਗਾ, ਸਾਡੀ ਪਾਰਟੀ ਦਾ ਜਿੱਦਾਂ ਦਾ ਲੋਕਾਂ ਦੇ ਵਿੱਚ ਕਿਰਦਾਰ ਹੈ, ਅਸੀਂ ਉਸੇ ਹਿਸਾਬ ਨਾਲ ਜਿਹੜੀ ਹੈ ਆਪਣੀ ਪੋਲਿਟਿਕਸ ਉਹ ਕਰਦੇ ਹਾਂ। ਬਹੁਤ ਧੰਨਵਾਦ ਬਾਈ ਜੀ ਗੱਲ ਕਰਨ ਵਾਸਤੇ। ਮੀਤ ਹੇਅਰ ਕਹਿ ਰਿਹਾ ਹੈ ਕਿ ਕਿਸਾਨੀ ਨੂੰ ਬਚਾਉਣ ਵਾਸਤੇ ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ ਖੜੂਗੀ। ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਸਿਮਰਨਜੋਤ ਸਿੰਘ। ਦਿੱਲੀ ਦੇ ਜੰਤਰ ਮੰਤਰ ਤੇ ਆਮ ਆਦਮੀ ਪਾਰਟੀ ਦੇ ਹੱਲਾ ਬੋਲ ਚ ਅਨਮੋਲ ਗਗਨ ਮਾਨ ਪਹੁੰਚੇ ਨੇ। ਕਿੰਨਾ ਜ਼ਰੂਰੀ ਹੈ ਕਿ ਅੱਜ ਔਰਤਾਂ, ਧੀਆਂ ਸਾਡੀਆਂ ਇੱਥੇ ਆ ਕੇ ਨਾਲ ਖੜਨ? ਗੱਲ ਕਿਸਾਨੀ ਦੀ ਹੈ। ਸੋ ਕਿਸਾਨ ਖੇਤਾਂ ਵਿੱਚ ਮੈਨੂੰ ਲੱਗਦਾ ਇਕੱਲੇ ਬੰਦੇ ਕੰਮ ਨਹੀਂ ਕਰਦੇ, ਕੁੜੀਆਂ ਵੀ ਬਰੋਬਰ ਕਰਦੀਆਂ ਤੇ ਕਿਸਾਨਾਂ ਦੇ ਪੁੱਤ ਵੀ ਨੇ ਤੇ ਧੀਆਂ ਵੀ ਨੇ। ਸੋ ਸਮਾਜ 'ਚ ਦੋਵਾਂ ਦਾ ਹਿੱਸਾ ਬਰੋਬਰ ਦਾ ਜੀ।
ਅਕਾਲੀ ਕਾਂਗਰਸੀ ਟਰੈਕਟਰਾਂ ਤੇ ਚੜੇ ਫਿਰਦੇ ਸੀ, ਤੁਸੀਂ ਪਹਿਲੀ ਪਾਰਟੀ ਹੋ ਜਿਹੜੇ ਦਿੱਲੀ 'ਚ ਆਏ ਹੋ। ਜ਼ਰੂਰੀ ਸੀ ਕਿਉਂਕਿ ਮੈਨੂੰ ਲੱਗਦਾ ਕਿ ਕਾਂਗਰਸ ਸਰਕਾਰ ਤੇ ਕੇਂਦਰ ਦੀਆਂ ਉਂਗਲਾਂ ਤੇ ਨੱਚ ਰਹੀ ਆ। ਜੋ ਅਸੀਂ ਦੇਖ ਰਹੇ ਆ, ਕੈਪਟਨ ਸਾਹਿਬ ਕੋਈ ਸੈਸ਼ਨ ਨਹੀਂ ਬੁਲਾ ਰਹੇ ਐਮਐਲਏ ਦਾ, ਕਿਉਂਕਿ ਡਰ ਆਪਣੀ ਕੁਰਸੀ ਖੋਣ ਦਾ। ਹੋ ਸਕਦਾ ਉਹਨਾਂ ਨੂੰ ਲੱਗਦਾ ਐਮਰਜੈਂਸੀ ਨਾ ਲਾ ਦੇਣ, ਸੋ ਉਸ ਚੀਜ਼ ਦੇ ਡਰ 'ਚ ਆ। ਤੇ ਬਾਦਲ ਸਾਹਿਬ ਤਾਂ ਵੈਸੇ ਹੀ ਮੋਦੀ ਸਰਕਾਰ ਦੇ ਅਹਿਸਾਨਾਂ ਥੱਲੇ ਦੱਬੇ ਹੋਏ ਆ, ਸੋ ਉਹਨਾਂ ਨੇ ਬਾਹਰ ਆਉਣਾ ਨਹੀਂ ਆ। ਸੋ ਉਹਨਾਂ ਨੂੰ ਦੇਖਦੇ ਰਹੇ ਕਿਉਂਕਿ ਉਹ ਸੱਤਾ 'ਚ ਨੇ ਪਾਰਟੀਆਂ ਕੀ ਬਾਹਰ ਨਿਕਲਣ, ਪਰ ਆਖਰਕਾਰ ਆਮ ਆਦਮੀ ਪਾਰਟੀ ਨੂੰ, ਕਿਉਂਕਿ ਇਹ ਕਿਸਾਨਾਂ 'ਚ ਬਹਿ ਕੇ ਪੰਜਾਬ ਦੇ ਵਿੱਚ ਵੀ ਕਿਸਾਨਾਂ ਦੇ ਵਿੱਚ ਬੈਠੀ ਆ, ਅੱਜ ਵੀ ਕਿਸਾਨਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਇੱਥੇ ਆਈ ਹੋਈ ਆ। ਕਿਉਂਕਿ ਆਵਾਜ਼ ਚੱਕਣਾ ਲਗਾਤਾਰ, ਜਿਹੜੀਆਂ ਇਹੋ ਜਿਹੀਆਂ ਤਾਨਾਸ਼ਾਹ ਸਰਕਾਰਾਂ ਦੇ ਖਿਲਾਫ ਰੋਸ ਕਰਨਾ ਤਾਂ ਵੱਡੀਆਂ ਸਰਕਾਰਾਂ ਲੈ ਜਾਂਦੀਆਂ। ਬੰਦੇ ਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਸਿਆਸਤਦਾਨ ਕਿਸਾਨ ਦੀ ਨਬਜ਼ ਸਮਝਦੇ ਸੀਗੇ, ਚਾਹੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ? ਦੇਖੋ, ਸਿਆਸਤਦਾਨਾਂ ਨੇ ਕਿਸਾਨ ਦੀ ਜੇ ਨਬਜ਼ ਸਮਝੀ ਹੁੰਦੀ ਤਾਂ ਅੱਜ ਦੇਸ਼ ਆਜ਼ਾਦ ਹੋਏ ਨੂੰ ਕਿੰਨੇ ਸਾਲ ਹੋ ਗਏ, ਹਰ ਇੱਕ ਦੀ ਜਿਹੜੀ ਨੌਕਰੀਆਂ ਨੇ 200 ਗੁਣਾ ਵੱਧ ਗਈਆਂ, 150 ਤੋਂ 200 ਗੁਣਾ। ਕਿਸਾਨ ਦੀ ਆਮਦਨ ਸਿਰਫ 19 ਗੁਣਾ ਵਧੀ ਆ। ਕਿਉਂ ਵਧੀ ਆ? ਕਿਸਾਨ ਮਰ ਕੇ ਖੇਤੀ ਕਰ ਰਿਹਾ। ਕਿਸਾਨਾਂ ਦੀ ਨਬਜ਼ ਨਹੀਂ, ਕਿਸਾਨਾਂ ਦੀ ਨਬਜ਼ ਇਹ ਦੱਬਦੇ ਆ, ਫੜਦੇ ਨਹੀਂ ਆ। ਨਬਜ਼ ਫੜਨੀ ਤਾਂ ਚੰਗੀ ਗੱਲ ਆ ਕਿ ਉਹਦੀ ਰਮਜ ਸਮਝਣੋ ਕੀ ਚਾਹੁੰਦਾ, ਪਰ ਇਹਨਾਂ ਨੂੰ ਪਤਾ ਕਿ ਇਹਨੂੰ ਖੇਤੀ ਕਰਨੀ ਪੈਣੀ ਹੈ ਤੇ ਉਸ ਮਜਬੂਰੀ ਦਾ ਫਾਇਦਾ ਚੁੱਕ ਕੇ ਕਿਸਾਨਾਂ ਤੇ ਲਗਾਤਾਰ। ਸੋ ਇਸ ਵਾਰੀ ਮੈਨੂੰ ਲੱਗਦਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੇ ਪਾਣੀ ਖੋਏ ਸੀ, ਪੰਜਾਬ ਦੀ ਰਾਜਧਾਨੀ ਖੋਈ ਸੀ, ਪਰ ਮੋਦੀ ਨੇ ਤਾਂ ਸਾਡੀ ਰੋਟੀ ਵੀ ਖੋਹ ਲਈ। ਤੁਸੀਂ ਗਰਾਊਂਡ ਤੇ ਜਾ ਰਹੇ ਹੋ ਬਹੁਤ ਦਿਨਾਂ ਤੋਂ, ਤੁਹਾਡਾ ਪੇਜ ਮੈਂ ਫੋਲੋ ਕਰ ਰਿਹਾ। ਔਰਤਾਂ ਕੀ ਕਰ ਰਹੀਆਂ? ਗੱਲਬਾਤ ਹੁੰਦੀ ਹੋਣੀ ਹੈ ਗਰਾਊਂਡ ਦੇ ਉੱਤੇ, ਬਿਲਕੁਲ ਜ਼ਮੀਨੀ ਪੱਧਰ ਤੇ ਗੱਲਬਾਤ ਕੀ ਹੋਈ ਹੈ ਤੁਹਾਡੀ? ਔਰਤਾਂ ਬਾਰੇ ਕਹਿ ਰਹੇ ਔਰਤਾਂ ਇਸ ਟਾਈਮ ਤੇ ਮੈਨੂੰ ਲੱਗਦਾ ਕਿ ਔਰਤ ਬੰਦੇ ਦਾ ਕੋਈ ਮੁੱਦਾ ਹੀ ਨਹੀਂ ਰਹਿ ਗਿਆ। ਔਰਤ ਤੇ ਭਾਵੇਂ ਬੰਦਾ, ਦੋਵੇਂ ਕਹਿੰਦੇ ਆ ਕਿ ਹੁਣ ਅਸੀਂ ਨੱਕੋ ਨੱਕ ਭਰ ਗਏ ਆ, ਅੱਤ ਚੱਕੀ ਗਈ ਆ। ਜੇ ਦੁਬਾਰਾ ਇਹਨਾਂ ਪਾਰਟੀਆਂ 'ਚੋਂ ਕੋਈ ਵੀ ਪਾਰਟੀ ਦੇਸ਼ 'ਚ ਆ ਗਈ ਤਾਂ ਦੇਸ਼ ਦਾ ਜਿਹੜਾ ਹਾਲ ਹੋਣਾ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਆ। ਸੋ ਲੋਕਾਂ ਨੂੰ ਪਤਾ ਕਿ ਜੇ ਅਸੀਂ ਇਹਨਾਂ ਨੂੰ ਚੜਾ ਸਕਦੇ ਆ ਤਾਂ ਲਾ ਵੀ ਸਕਦੇ ਆ। ਤਾਂ ਕੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਸਮਝਾਇਆ ਜਾ ਸਕੇ, ਜਾਂ ਇਸ ਬਾਰੇ ਥੋੜਾ ਬਹੁਤ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਾਨੂੰ ਨੁਕਸਾਨ ਕਿਵੇਂ ਹੋਣਾ? ਦੇਖੋ, ਨੁਕਸਾਨ ਹੋਣਾ ਨਹੀਂ, ਨੁਕਸਾਨ ਹੋ ਚੁੱਕਿਆ। ਨੁਕਸਾਨ ਅਸੀਂ ਕਿੰਨਾ ਪਿੱਛੇ ਆ। ਸਾਡਾ ਦੇਸ਼ ਇਸ ਟਾਈਮ ਡੁੱਬਣ ਦੇ ਕੰਢੇ ਆ। ਪੂਰੀ ਦੁਨੀਆ ਇਹ ਦੇਖਦੀ ਆ ਕਿ ਭਾਰਤ ਦੇ ਵਿੱਚ ਇੱਥੋਂ ਦੇ ਪੋਲੀਟੀਸ਼ੀਅਨ ਆਪਦੇ ਭ੍ਰਿਸ਼ਟਾਚਾਰ ਕਰਕੇ ਮਸ਼ਹੂਰ ਨੇ, ਪਰ ਜਿਸ ਦਿੱਲੀ 'ਚ ਅੱਜ ਖੜੇ ਆ, ਇੱਥੇ ਵਿਦੇਸ਼ੀ ਦੂਤ ਇਹ ਦੇਖਣ ਆ ਰਹੇ ਕਿ ਕੱਲੀ ਦਿੱਲੀ ਕਿਵੇਂ ਗਰੋ ਕਰ ਰਹੀ ਹੈ, ਇਹਦਾ ਗਰੋਥ ਰੇਟ ਕਿਵੇਂ ਉੱਪਰ ਹੋ ਗਿਆ, ਕਿਸ ਕਰਕੇ, ਕੌਣ ਬੰਦਾ ਜਿਹੜਾ ਦਿੱਲੀ ਨੂੰ, ਇੱਥੇ ਕੌਣ ਇਮਾਨਦਾਰ ਪੈਦਾ ਹੋ ਗਿਆ। ਇਸ ਬੇਈਮਾਨੀ ਪੋਲੀਟੀਸ਼ੀਅਨਾਂ ਦੇ ਵਿੱਚ ਇੱਕ ਕੇਜਰੀਵਾਲ ਨਾਮ ਦਾ ਇਨਸਾਨ ਜਿਹੜਾ ਦਿੱਲੀ ਨੂੰ ਗਰੋਥ ਰੇਟ ਵਿੱਚ, ਇਹੀ ਕਾਰਨ ਆ ਮੇਰਾ ਆਮ ਆਦਮੀ ਪਾਰਟੀ ਨੂੰ ਵੀ ਸਪੋਰਟ ਕਰਨ ਦਾ, ਕਿਉਂਕਿ ਇਮਾਨਦਾਰ ਪਾਰਟੀ ਹੈ। ਸਦੀਕ ਸਾਹਿਬ ਨਾਲ ਗੱਲ ਹੋਈ ਸੀ, ਉਹ ਕਹਿੰਦੇ ਮੇਰਾ ਮੋਢਾ ਹਿੱਲ ਗਿਆ, ਬਿੱਲ ਪੜ੍ਹ ਨਹੀਂ ਸਕਿਆ। ਮੁਹੰਮਦ ਸਦੀਕ ਸਾਹਿਬ ਕਹਿੰਦੇ ਆ। ਦੇਖੋ, ਮੈਂ ਉਹਨਾਂ ਬਾਰੇ ਕੀ ਕਹਾਂ, ਮੋਢਾ ਜ਼ਬਾਨ ਤਾਂ ਨਹੀਂ ਹਿੱਲੀ, ਮੋਢਾ ਹਿੱਲਣ ਨਾਲ। ਸੋ ਬੰਦੇ ਨੂੰ ਆਪਣਾ ਦਿਮਾਗ ਨਾ ਹਿੱਲੇ ਉਦੋਂ ਤੱਕ ਜਦੋਂ ਤੁਸੀਂ, ਬਲਕਿ ਇਸ ਜ਼ਿੰਮੇਵਾਰੀ ਚੋਂ ਤੁਹਾਨੂੰ ਸੰਵਿਧਾਨਕ ਤੌਰ ਤੇ ਇੱਕ ਐਮਪੀ ਦੇ ਉਹਦੇ ਉੱਤੇ ਤਾਂ ਤੁਹਾਨੂੰ ਇਸ ਚੀਜ਼ ਨੂੰ ਜ਼ਰੂਰ ਸਟੱਡੀ ਕਰਨਾ ਚਾਹੀਦਾ। ਹਰ ਇੱਕ ਨੂੰ, ਇਹ ਤਾਂ ਹਰ ਇੱਕ ਅਨਪੜ੍ਹ ਬੰਦੇ ਨੂੰ ਵੀ ਪੰਜਾਬ 'ਚ ਅੱਜ ਪਤਾ ਵੀ 3 ਬਿੱਲ ਕੀ ਆਏ ਨੇ, ਜੋ ਪਹਿਲਾਂ ਆਰਡੀਨੈਂਸ ਸੀ, ਹੁਣ ਬਿੱਲ ਬਣ ਗਏ ਆ ਜੀ। ਕੈਪਟਨ ਸਾਹਿਬ ਕਹਿੰਦੇ ਆ ਕਿਸਾਨਾਂ ਨੂੰ ਕਿ ਉੱਠ ਖੜੋ, ਗੱਡੀਆਂ ਟੱਪ ਲੈਣ ਦਿਓ, ਕੋਲਾ ਮੁੱਕ ਰਿਹਾ ਪੰਜਾਬ ਦਾ। ਅੱਛਾ, ਉਹ ਕਹਿੰਦੇ ਬਿਜਲੀ ਜਿਹੜੀ ਆ ਉਹ ਸਾਡੀ ਹਨੇਰਾ ਹੋ ਜਾਊਗਾ, ਗੱਡੀਆਂ ਟੱਪ ਲੈਣ ਦਿਓ ਤੁਸੀਂ। ਦੇਖੋ, ਉਹ ਕੋਲਾ ਨਹੀਂ ਮੁੱਕ ਰਿਹਾ। ਉਧਰੋਂ ਜਿਹੜਾ ਮੋਦੀ ਦੁਆਰਾ ਪ੍ਰੈਸ਼ਰ ਬਣਾਇਆ ਜਾ ਰਿਹਾ ਕੈਪਟਨ ਦੇ ਉੱਤੇ ਕਿ ਜੇ ਤੂੰ ਪੰਜਾਬ 'ਚੋਂ ਕਿਸਾਨਾਂ ਨੂੰ ਨਾ ਉਠਾਇਆ ਤਾਂ ਤੇਰੀ ਕੁਰਸੀ ਹਿਲਾਵਾਂਗੇ ਅਸੀਂ। ਹੋ ਸਕਦਾ ਕਹਿੰਦੇ ਹੁਣ ਅਸੀਂ ਐਮਰਜੈਂਸੀ ਲਾਵਾਂਗੇ। ਉਹਨਾਂ ਨੂੰ ਪਤਾ ਜੇ ਕਾਂਗਰਸ ਖਤਮ ਹੋ ਜੂਗੀ, ਜੇ ਹੁਣ ਇੱਕ ਵਾਰੀ ਕਾਂਗਰਸ ਦੀ ਸਰਕਾਰ ਗਈ। ਸੋ ਇਹ ਡਰ, ਦੇਖੋ, ਇਹਨਾਂ ਨੂੰ ਇਹ ਨਹੀਂ ਆ ਕਿ ਅਸੀਂ ਸੈਸ਼ਨ ਬੁਲਾ ਕੇ ਐਮਐਲਏ ਤੋਂ ਮਤਾ ਪਵਾ ਦਈਏ। ਇਹਨਾਂ ਨੂੰ ਇਹ ਡਰ ਆ ਕਿ ਕਿਤੇ ਮੋਦੀ ਸਰਕਾਰ ਸਾਨੂੰ ਨਾ ਕੋਈ ਗੜਬੜ ਕਰ ਦੇਵੇ ਇੱਥੇ। ਅਨਮੋਲ ਗਗਨ ਮਾਨ ਹੁਣ ਬਤੌਰ ਕਲਾਕਾਰ ਜਾ ਰਹੇ ਆ ਜਾਂ ਬਤੌਰ ਸਿਆਸਤਦਾਨ, ਕਿਉਂਕਿ ਸਾਰੇ ਕਲਾਕਾਰ ਵੀ ਸੜਕਾਂ ਤੇ ਉਤਰੇ ਹੋਏ ਆ? ਦੇਖੋ, ਨਾ ਮੈਂ ਐਜ਼ ਅ ਕਲਾਕਾਰ, ਨਾ ਸਿਆਸਤਦਾਨ, ਮੈਂ ਇੱਕ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਾਂ। ਮੈਨੂੰ ਮੇਰੇ ਦੇਸ਼ ਨਾਲ ਪਿਆਰ ਆ, ਮੇਰੇ ਪੰਜਾਬ ਨਾਲ ਪਿਆਰ ਆ, ਮੇਰੇ ਲੋਕਾਂ ਨਾਲ, ਮੇਰੀ ਮਿੱਟੀ ਨਾਲ ਪਿਆਰ ਆ। ਮੈਨੂੰ ਮੇਰਾ ਪੰਜਾਬ ਡੁੱਬਦਾ ਦਿਖਦਾ ਤੇ ਮੈਂ ਉਹਨੂੰ ਬਚਾਉਣ ਲਈ ਜਾ ਰਹੀ ਹਾਂ, ਆਪਣੀ ਜ਼ਿੰਮੇਵਾਰੀ ਸਮਝ। ਤੁਹਾਨੂੰ ਦਰਦ ਮਹਿਸੂਸ ਹੁੰਦਾ ਇਸ ਗੱਲ ਦਾ, ਜੋ ਹਾਲਾਤ ਅੱਜ ਬਣੇ ਪਏ ਆ? ਸਾਡੀਆਂ ਮਾਵਾਂ ਉੱਥੇ ਰੇਲ ਟਰੈਕ ਦੇ ਉੱਤੇ ਜਾਨਾਂ ਦੇ ਰਹੀਆਂ। ਥੋੜੇ ਦਿਨ ਪਹਿਲਾਂ ਬਰਨਾਲੇ ਇੱਕ ਬਜ਼ੁਰਗ 80 ਸਾਲ ਦੇ ਅਟੈਕ ਹੋ ਗਿਆ। ਇਹ ਚੀਜ਼ਾਂ ਅੰਦਰੋਂ ਵਲੂੰਦਰ ਦੀਆਂ। ਦੇਖੋ, ਸਾਡੇ ਬਜ਼ੁਰਗ ਅਰਧ ਨਗਨ ਅਵਸਥਾ ਦੇ ਵਿੱਚ ਉੱਥੇ ਰੇਲਵੇ ਟਰੈਕਾਂ ਤੇ ਬੈਠੇ ਰੜ ਰਹੇ ਨੇ। ਕਿਹਦਾ ਜੀ ਕਰਦਾ ਵੀ ਧੁੱਪਾਂ 'ਚ ਬਹਿ ਕੇ ਆਪਣੇ ਉੱਪਰੋਂ ਕੱਪੜੇ ਉਤਾਰ ਕੇ ਦੇਸ਼ ਨੂੰ ਦਿਖਾਈਓ ਵੀ ਬਜ਼ੁਰਗ ਅਵਸਥਾ ਜਿੱਥੇ ਉਹਨਾਂ ਨੂੰ ਆਰਾਮ ਕਰਨ ਦੀ ਉਹਨਾਂ ਦੀ ਉਮਰ ਆ, ਹੁਣ ਕਿ ਉਹਨਾਂ ਨੂੰ ਸੁੱਖ ਮਾਣਨ ਦੀ ਉਮਰ ਆ, ਵਧੀਆ ਤਰੀਕੇ ਨਾਲ ਦੁਨੀਆ ਤੋਂ ਜਾਣ। ਪਰ ਜਾਂਦੇ ਜਾਂਦੇ ਉਹ ਕੀ ਦੇਖ ਰਹੇ ਨੇ?
ਆਪਣੇ ਪੰਜਾਬ ਨੂੰ ਬਰਬਾਦ ਹੁੰਦਾ ਦੇਖ ਰਹੇ ਨੇ, ਕੀ ਉਹਨਾਂ ਦੇ ਦਿਲ 'ਚ ਆ। ਸੋ ਪਹਿਲਾਂ ਤਾਂ ਬਜ਼ੁਰਗ ਹੀ ਉਤਰੇ ਨੇ। ਬਹੁਤ ਦੁੱਖ ਹੁੰਦਾ ਜੀ, ਦੁੱਖ ਦਾ ਕੋਈ ਸੀਮਾ ਨਹੀਂ ਆ ਜੋ ਦੁੱਖ ਹੁੰਦਾ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਅਨਮੋਲ ਗਗਨ ਮਾਨ ਦਿੱਲੀ ਦੇ ਜੰਤਰ ਮੰਤਰ ਤੋਂ, ਕੈਮਰਾ ਪਰਸਨ ਪਰਵਿੰਦਰ ਸਿੰਘ ਦੇ ਨਾਲ ਸਿਮਰਨਜੋਤ ਸਿੰਘ। ਜੰਤਰ ਮੰਤਰ ਤੇ ਆਮ ਆਦਮੀ ਪਾਰਟੀ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਕਿਸਾਨਾਂ ਦੇ ਹੱਕ 'ਚ ਹੱਲਾ ਬੋਲਣ ਜਾ ਰਹੀ ਹੈ। ਤਸਵੀਰਾਂ ਮੇਰੇ ਖੱਬੇ ਹੱਥ ਕੈਮਰਾਮੈਨ ਤੁਹਾਨੂੰ ਦਿਖਾਉਣਗੇ ਕਿ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਸਮਰਥਕ ਆਗੂ ਜਿਹੜੇ ਆ ਜੰਤਰ ਮੰਤਰ ਤੇ ਪਹੁੰਚ ਰਹੇ। ਹਾਲਾਂਕਿ ਸਵੇਰ ਦੀਆਂ ਤਸਵੀਰਾਂ ਨੇ, ਲਗਾਤਾਰ ਇੱਥੇ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਆ ਪਹੁੰਚ ਰਹੇ ਆ ਔਰ ਜਿਹੜੇ ਬੁਲਾਰੇ ਬੋਲਣੇ ਸ਼ੁਰੂ ਕਰ ਦਿੱਤੇ ਆ। ਥੋੜੀ ਦੇਰ 'ਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਬਾਕੀ ਪੰਜਾਬ ਦੀ ਤੇ ਦਿੱਲੀ ਦੀ ਸੀਨੀਅਰ ਲੀਡਰਸ਼ਿਪ ਇੱਥੇ ਹਾਜ਼ਰ ਰਹੂਗੀ। ਕੁਝ ਮਹਿਲਾਵਾਂ ਸਾਨੂੰ ਮਿਲੀਆਂ ਨੇ, ਕਿਉਂਕਿ ਇਹ ਬੜਾ ਲਾਜ਼ਮੀ ਅਸੀਂ ਕਹਿੰਦੇ ਆ ਕਿ ਕਿਸਾਨਾਂ ਦੇ ਨਾਲ ਗੈਰ ਕਿਸਾਨੀ ਵਰਗ ਵੀ ਆ ਕੇ ਖੜੇ, ਸ਼ਹਿਰ ਵੀ ਆ ਕੇ ਖੜਨ। ਤੇ ਦਿੱਲੀ ਦਾ ਤਾਂ ਅਕਸਰ ਅਸੀਂ ਕਹਿੰਦੇ ਆ ਕਿ ਦਿੱਲੀ ਸਾਡੇ ਨਾਲ ਨਹੀਂ ਖੜਦੀ, ਤਾਂ ਦਿੱਲੀ ਦੀਆਂ ਕੁਝ ਮਹਿਲਾਵਾਂ ਨੇ, ਕੁਝ ਲੇਡੀਜ਼ ਦੇ ਨਾਲ ਅਸੀਂ ਗੱਲਬਾਤ ਕਰਦੇ ਆ। ਤੁਹਾਨੂੰ ਲੱਗਦਾ ਹੈ ਕਿ ਸ਼ਹਿਰਾਂ ਦੇ ਲੋਕਾਂ ਨੂੰ ਔਰ ਮਹਿਲਾਵਾਂ ਨੂੰ, ਤੁਹਾਨੂੰ लगता है कि महिलावां नूं किसानां दे हक च शहर दीयां महिलावां नूं आना चाहिए? क्या बोले, हिंदी में समझ में नहीं। जो शहर की महिलाएं हैं उनको किसान के लिए आगे आना चाहिए? बिल्कुल आना चाहिए। और हम लोग भले अभी इस टाइम शहर में रह रहे हैं, लेकिन इसमें से कुछ जितने भी हैं हम महिलाएं, कहीं न कहीं हम गांव से जो है बिलोंग करते हैं, गांव भी जाते हैं, इसीलिए हमें पता है जो कि किसान हमारे लिए क्या कर रहे हैं। मैं तो एक ही चीज़ बोलना चाहूँगी, जो पत्थर को ये जितने भी आदमी है वो लोग पूछते हैं जो वो भगवान है, लेकिन हम ये कहते हैं ये किसान जो है वो हमारे अन्न देवता है, वो हमारे लिए भगवान है और उनके लिए हम आवाज उठाएंगे। जय किसान। तो लगता है कि प्रधानमंत्री मोदी अपनी मर्जी नाल देश चला रहे हैं? बिल्कुल अपने मर्जी से ही देश चला रहे हैं और यही अगर पोजीशन रहा तो ये देश कहीं के भी नहीं रहेंगे। और हम लोग मोदी के खिलाफ जो है किसान भाई के साथ कंधे में कंधे मिला करके, हाथ में हाथ मिला करके उस बिल के खिलाफ जो है सो प्रदर्शन करने के लिए आए हुए हैं। अरविंद केजरीवाल बचा सकते हैं किसानी नू? कोशिश तो कर रहे हैं। हम जो सीएम साहब है हमारे अरविंद केजरीवाल, वो कोशिश कर रहे हैं। अब हम लोग देखते हैं जितने भी जनता है उनका साथ देते हैं या ना देते हैं। अगर साथ देंगे तो वो हमेशा हर चीज में कामयाब हुए हैं और इसमें भी कामयाब होकर के दिखाएंगे। ਦਿੱਲੀ ਦੇ ਲੋਕਾਂ ਦਾ ਕੀ ਸੋਚ ਹੈ ਪ੍ਰਧਾਨ ਮੰਤਰੀ ਬਾਰੇ? ਦਿੱਲੀ ਕੀ ਸੋਚਦੀ ਹੈ? ਕਿਉਂਕਿ ਦਿੱਲੀ ਤੋਂ ਹੀ ਉਹ ਰੂਲ ਕਰਦੇ ਪੂਰੇ देश ਨੂੰ, ਤਾਂ ਦਿੱਲੀ ਦੀਆਂ ਮਹਿਲਾਵਾਂ ਕੀ सोचती? दिल्ली की जो महिलाएं हैं वो प्रधानमंत्री के बारे में क्या सोचती हैं? बिल्कुल उनका जो दिल्ली के जितने भी महिलाएं या दिल्ली के आसपास जितने भी शहर हैं, सब महिलाएं अरविंद केजरीवाल जी को सपोर्ट करते आए हैं और अरविंद केजरीवाल जी को ही सपोर्ट कर रहे हैं। प्रधानमंत्री जो हमारे नरेंद्र मोदी जी हैं उनको बिल्कुल भी सपोर्ट नहीं करते कारण हैं। क्या है इसका? वो पूरा देश को एकदम पूरा मिट्टी में मिला दिए हैं। कैसे उनको सपोर्ट करें? जो देश को मिट्टी में मिला रहे हैं उनको सपोर्ट करने की तो कहीं बात ही नहीं है। पहले सर्विस वाले जितने भी सर्विस वाले थे वो मोदी जी को सपोर्ट करते थे, लेकिन आज के डेट में वो भी नहीं कर रहे हैं, क्योंकि इतने पहले वो करते थे। बिल्कुल करते थे, लेकिन आज के डेट में वो भी नहीं कर रहे हैं। सब आज के डेट में अरविंद केजरीवाल जी को ही कर रहे हैं जो दिल्ली के सीएम है। तो आपको लगता है कि पंजाब के लिए दिल्ली के लोग उठ खड़े होंगे और वो पंजाब का साथ देंगे, किसानी का साथ देंगे, दिल्ली के लोग? बिल्कुल बिल्कुल साथ 100% नहीं 110% हम लोग साथ हैं, जो दिल्ली जितने भी दिल्ली के हैं और साथ हैं। इसीलिए आज आवाज उठाने के लिए किसान भाई के साथ हम आए। आप कुछ कह रहे थे? क्योंकि दिल्ली की जनता चाहती, क्योंकि वो भी कहीं ना कहीं एक गांव से बिलोंग करके यहाँ पे आए हैं और अपनी मिट्टी से जुड़े हुए हम लोग हैं, इसीलिए हम उनकी आवाज़ उठाने के लिए, किसानों की आवाज़ उठाने के लिए हम यहाँ पे आए हैं। हम चाहते हैं कि जो भी उन्होंने एक किसान विरोधी बिल पास किया है, जो कि हमारे लिए ठीक नहीं है, क्योंकि कि किसान ही एक ऐसा है जो कि हमारी पूरी सृष्टि का एक अन्नदाता है, तो उसके लिए हम लोग आवाज़ उठाने के लिए आए हैं। तुसी कुछ कहना चाहते हो? पंजाबी बोल लेने हो? नहीं, मैं हिंदी बोलती हूँ, पर हिंदी में ही कहूंगी। किसान पहले बोलते जय जवान जय किसान, लेकिन आज के समय में किसान को ही इग्नोर किया जा रहा है। सरकार उसके विरोध होती जा रही है। एक अन्नदाता को ही इन्होंने बिल्कुल नीचे जमीन में गाड़ दिया है और मैं इसके बिल्कुल विरोधी हूँ। जो भी ये किसान विरोधी बिल पास किए जा रहे हैं, इन्हें वापस लेना होगा और किसान के हक के लिए हम लड़ने के लिए यहाँ पर खड़े हैं आज और किसान के लिए लड़ेंगे। पंजाब दा किसान सड़कों ते है, पंजाब दा किसान रेल रोक रहा है, वो चाहता है कि बाकी लोग भी नाल आउण।
ਦਿੱਲੀ ਦੇ ਲੋਕ ਵੀ ਨਾਲ ਆਣ, ਕਿਉਂ ਨਹੀਂ ਆ ਰਹੇ? बिल्कुल आना चाहिए। मैं ये कहती हूँ किसान चाहे पंजाब का है, चाहे उत्तर प्रदेश का है, चाहे बिहार का है, चाहे हरियाणा का है, किसान किसान है। भारत का हर एक किसान किसान है। मैं कहती हूँ पंजाबी भाई रेल रोक रहे हैं, विरोध कर रहे हैं, अगर वो वहाँ तक नहीं जा सकते तो हर प्रदेश का किसान अपने अपने क्षेत्र में उसी प्रकार से विरोध करे इस विरोधी बिल का। ਜਿਸ ਤਰ੍ਹਾਂ ਅੰਨਾ ਹਜ਼ਾਰੇ ਅੰਦੋਲਨ ਹੋਇਆ ਸੀ, ਅੱਜ ਉਹੋ ਜਿਹੇ ਅੰਦੋਲਨ ਦੀ ਕਿਸਾਨ ਲਈ ਲੋੜ ਹੈ। ਦਿੱਲੀ ਨੂੰ ਅੱਗੇ ਲੱਗਣਾ ਪੈਣਾ। ਦਿੱਲੀ तुसी इत्थे बैठे हो, पंजाब से किसी को आने नहीं दिया जा रहा यहाँ पे प्रदर्शन के लिए, तो आज जरूरत है कि आप लोग खड़े हुए और आप लोग वहाँ प्रदर्शन करें। बिल्कुल हम साथ में हैं, अपने हम साथ में हैं। प्रदर्शन के लिए आए हैं और जहाँ भी प्रदर्शन होंगे हम वहाँ पर जाएंगे। किसान के लिए, हम किसान के हक के लिए लड़ते रहेंगे। हम लोग, मैं तो किसान की बेटी हूँ, एक्चुअली मैं हरियाणा से बिलोंग करती हूँ, बट आज हम लोग भी किसान के ही उसके लिए बोलने के लिए आए और हम ये लड़ाई लड़ेंगे। हम सब मिल के लड़ेंगे, चाहे हरियाणा है या पंजाब है या दिल्ली है, बट हम दिल्ली में रह रहे हैं, बट आए हैं आज किसान के लिए, साथ देने के लिए आए हैं। ਦਿੱਲੀ 'ਚ ਆਮ ਆਦਮੀ ਪਾਰਟੀ ਦਾ ਹੱਲਾ ਬੋਲ ਹੈ। ਕੁਲਤਾਰ ਸਿੰਘ ਸੰਧਵਾ ਸਾਹਿਬ ਸਾਡੇ ਨਾਲ ਨੇ। ਸੰਧਵਾ ਸਾਹਿਬ, ਕੋਈ ਟਰੈਕਟਰ ਲੈ ਕੇ ਪੰਜਾਬ ਨੂੰ ਤੁਰ ਗਿਆ, ਚੰਡੀਗੜ੍ਹ ਗਿਆ ਅਕਾਲੀ ਦਲ ਤਖਤ ਸਾਹਿਬਾਨਾਂ ਤੋਂ, ਦਿੱਲੀ ਤੁਸੀਂ ਇਕੱਲੇ ਹੀ ਆਏ ਹੋ? ਦੇਖੋ ਜੀ, ਅਸੀਂ ਕਿਸਾਨਾਂ ਦੇ ਪੁੱਤਾਂ, ਅਸੀਂ ਸਮਝਦੇ ਹਾਂ ਵੀ ਅੱਜ ਸਾਡੇ ਕਿਸਾਨ ਨੂੰ, ਮਜ਼ਦੂਰ ਨੂੰ, ਆੜ੍ਹਤੀਏ ਨੂੰ ਕੀ ਚਾਹੀਦਾ। ਸਾਡੇ ਲੋਕ ਤਾਂ ਉਹ ਕਹੀ ਜਾਂਦੇ, ਕਹਿੰਦੇ ਯਾਰ ਅਸੀਂ ਤੁਹਾਨੂੰ ਵੋਟਾਂ ਪਾਈਆਂ, ਅਸੀਂ ਸੜਕਾਂ ਤੇ ਬੈਠੇ ਆ ਤੇ ਤੁਸੀਂ ਜਾ ਕੇ ਦਿੱਲੀ ਬੈਠੋ। ਸੋ ਅਸੀਂ ਉਹਨਾਂ ਦਾ ਹੁਕਮ ਮੰਨ ਕੇ ਅੱਜ ਇੱਥੇ ਆਏ ਆ। ਕੋਈ ਇਹਦੇ 'ਚ ਰਾਜਨੀਤੀ ਨਹੀਂ। ਰਾਜਨੀਤੀ ਜੇ ਹੋਊਗੀ ਤੇ ਪੋਜ਼ਿਟਿਵ ਹੋਊਗੀ, ਜਿਹਦੇ ਨਾਲ ਦੇਸ਼ ਬਚੂਗਾ। ਕੱਲਾ ਕੋਈ ਪੰਜਾਬ ਦੀ ਗੱਲ ਕਰਦਾ, ਕੋਈ ਕਿਸਾਨ ਦੀ ਗੱਲ ਕਰਦਾ। ਪੰਜਾਬ ਨੇ ਤਾਂ ਬੜੀ ਵਾਰੀ ਮਾਰਾਂ ਖਾਧੀਆਂ ਤੇ ਬਾਰੀ ਵਾਰੀ ਉੱਠਿਆ। ਪੰਜਾਬ ਨੂੰ ਕੋਈ ਨਹੀਂ ਮਾਰ ਸਕਦਾ, ਪਰ ਇਹ ਜਿਹੜੀ ਜ਼ਿੰਮੇਵਾਰੀ ਹਮੇਸ਼ਾ ਦੇਸ਼ ਨੂੰ ਬਚਾਉਣ ਦੀ, ਦੇਸ਼ ਨੂੰ ਆਜ਼ਾਦ ਕਰਾਉਣ ਦੀ ਪੰਜਾਬ ਆਪਦੇ ਸਿਰ ਤੇ ਲੈਂਦਾ। ਸੋ ਪੰਜਾਬੀ ਅੱਗੇ ਹੋ ਕੇ ਆਏ ਆ, ਹਰਿਆਣੇ ਵਾਲੇ ਆਏ ਆ, ਯੂਪੀ ਵਾਲੇ ਆਏ ਆ, ਸਾਰੇ ਦੇਸ਼ ਦੇ ਕਿਸਾਨ ਆਏ, ਮਹਾਰਾਸ਼ਟਰ ਵਾਲੇ ਆਏ ਆ। ਤੇ ਪਰ ਤੁਹਾਡਾ ਮੈਂ ਧੰਨਵਾਦ ਕਰਦਾ ਵੀ ਇਹ ਮੀਡੀਆ ਜਿਹੜਾ ਦਿਖਾ ਰਿਹਾ, ਨਹੀਂ ਤਾਂ ਸੁਸ਼ਾਂਤ ਹੀ ਦਿਖਾਈ ਜਾਂਦੇ, ਪਤੰਦਰ ਰੀਆ ਹੀ ਦਿਖਾਈ ਜਾਂਦੇ ਆ ਵੀ ਦੇਸ਼ ਦੇ ਵੱਡੇ ਕਿਸਾਨਾਂ ਦੇ ਮੁੱਦੇ 80% ਲੋਕ ਆ ਕਿਸਾਨੀ ਨਾਲ ਜੁੜੇ ਹੋਏ, ਉਹਨਾਂ ਦੇ ਮੁੱਦੇ ਆ, ਉਹਨਾਂ ਦੀ ਗੱਲ ਕਰੋ। ਸੋ ਉਹਨਾਂ ਦੀ ਗੱਲ ਕਰਨ ਵਾਸਤੇ ਅਸੀਂ ਜਿਹੜੇ ਸਾਡੇ ਕਿਸਾਨਾਂ ਦੀ ਜਿਹੜੀ ਇੱਛਾ ਸੀ ਉਹ ਲੈ ਕੇ ਅਸੀਂ ਇੱਥੇ ਆਏ ਆ ਤੇ ਪੁੱਛਦੇ ਆ ਮੋਦੀ ਸਾਹਿਬ ਨੂੰ। ਫਿਰ ਇੱਕ ਮੈਨੂੰ ਇਹ ਦੱਸੋ ਕਿ ਕਦੇ ਟਰੈਕਟਰਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਕਦੇ ਮਖਮਲੀ ਸੀਟਾਂ ਲਾ ਕੇ ਪੰਜਾਬ ਦਾ ਗੇੜਾ ਕੱਢ ਲਿਆ ਜਾਂਦਾ ਹੈ, ਉਹਦਾ ਕੋਈ ਫਾਇਦਾ ਹੈ ਜਾਂ ਸਿਰਫ ਨਿਰੋਲ ਸਿਆਸਤ ਹੈ? ਦੇਖੋ ਜੀ, ਹੁਣ ਤਾਈਂ ਜਿਹੜਾ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ ਬੇੜਾ ਭਾਇਆ ਉਹ ਨਿਰੋਲ ਸਿਆਸਤ ਨੇ ਕੀਤਾ। ਕਿਉਂਕਿ ਪਿੱਛੋਂ ਇੱਕ ਹੁੰਦੇ ਆ ਦਮੂਏ ਨਾਗ ਵਾਂਗੂ ਤੇ ਉਹ ਅੱਡ ਅੱਡ ਦਿੰਦੇ ਆ। ਕਾਰਟੂਨ ਵੇਖਿਆ ਹੋਣਾ ਤੂੰ, ਇੱਕ ਪਾਸੇ ਵੱਡੇ ਸਾਹਿਬ ਜੀ, ਇੱਕ ਪਾਸੇ ਦੂਜੇ ਹੁੰਦੇ ਆ। ਹੈ ਉਹੋ ਹੀ ਸਿਸਟਮ ਹੈ। ਬਾਕੀ ਤੁਹਾਨੂੰ ਲੱਗਦਾ ਨਹੀਂ, ਇਹ ਤਾਂ ਤੁਹਾਨੂੰ ਵੀ ਪਤਾ, ਦੱਸਣ ਦੀ ਤਾਂ ਲੋੜ ਹੀ ਨਹੀਂ ਹੈ। ਇੱਕ ਅਸਲ ਦੇ ਵਿੱਚ ਕੀ ਹੈ ਯਾਰ, ਟਰੈਕਟਰ ਨੂੰ ਕੋਈ ਖੇਤਾਂ ਦਾ ਪੁੱਤ ਤਾਂ ਨਹੀਂ ਅੱਗ ਲਾਉਂਦਾ। ਜਿਹਨੇ ਕੋਈ ਸਿਆਸਤ ਕਰਨੀ ਉਹ ਤਾਂ ਲਾ ਸਕਦਾ। ਮੈਂ ਹੁਣ ਇਦੋਂ ਬਾਅਦ ਕੁਝ ਨਹੀਂ ਕਹਿਣਾ ਚਾਹੁੰਦਾ। ਜੇ ਕੋਈ ਸਾਡੇ ਲਈ ਕੋਈ ਹਾਂ ਦਾ ਨਾਰਾ ਮਾਰਨਾ ਆ, ਮੈਂ ਉਹਨੂੰ ਜੀ ਆਇਆ ਕਹਿਣਾ, ਪਰ ਕੋਈ ਯਾਰ ਐਵੇਂ ਰੌਲਾ ਜਾ ਪਾ ਕੇ ਨਾ ਹਟ ਜਿਓ। ਇਸ ਗੱਲ ਨੂੰ ਨਾ ਸਿਰੇ ਤੇ ਲੈ ਕੇ ਜਾਇਓ। ਪੰਜਾਬ ਤਾਂ ਅਸੀਂ ਫੇਰ ਖੜਾ ਕਰ ਲਾਂਗੇ। ਪੰਜਾਬੀ ਹਮੇਸ਼ਾ ਲੜਦੇ ਆਏ ਆ। ਸਾਡੇ ਪੁਰਖੇ ਤਾਂ ਪੱਤਿਆਂ ਤੇ ਪੱਤੇ ਖਾ ਕੇ ਘੋੜਿਆਂ ਦੀਆਂ ਕਾਠੀਆਂ ਤੇ ਜਿਉਂਦੇ ਰਹੇ ਆ। ਸਾਡੇ ਪੁਰਖਿਆਂ ਨੇ ਤੇਗਾਂ ਖੜਕਾ ਕੇ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਗੁਰੂ ਮਿਹਰ ਕਰੂਗਾ ਅਸੀਂ ਲੜ ਕੇ ਵੀ ਬਣ ਜਾਾਂਗੇ, ਪਰ ਅਸੀਂ ਲੜੀਏ ਤੁਹਾਡੇ ਨਾਲ। ਤੁਸੀਂ ਤਾਂ ਸਾਡੇ ਆਪਦੇ ਹੋ, ਅਸੀਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ। ਤੁਸੀਂ ਸਾਰੇ ਦੇਸ਼ ਦੇ ਕਿਸਾਨ ਨੂੰ ਤੁਸੀਂ ਵੇਚ ਰਹੇ ਹੋ, ਸਾਡੇ ਦੇਸ਼ ਨੂੰ ਵੇਚ ਰਹੇ ਹੋ। ਜੇ ਤੁਸੀਂ ਖੇਤੀ ਦਾ ਸੌਦਾ ਕਰ ਰਹੇ ਹੋ, ਇਹ ਬੜੀ ਮਾੜੀ ਗੱਲ। ਤੁਸੀਂ ਕਿਸੇ ਨਾਲ ਗੱਲ ਤਾਂ ਕਰ ਲਓ। ਗੱਲ ਵੀ ਕਰੋਨਾ ਆ ਗਿਆ, ਏਡੀ ਕਿਹੜੀ ਕਾਹਲੀ ਪਈ ਸੀ ਬਿੱਲ ਲਿਆਉਣ ਦੀ? ਅੱਛਾ, ਹੁਣ ਕਹਿੰਦੇ ਖਦਸ਼ੇ। ਤੁਸੀਂ ਦੱਸੋ ਖਦਸ਼ਾ ਕਿਹੜਾ ਹੈ? ਤੁਸੀਂ ਨੋਟਬੰਦੀ ਕੀਤੀ, ਕੋਈ ਖਦਸ਼ਾ ਸੀ? ਸਾਰੇ ਦੇਸ਼ ਨੂੰ ਮਾਰਤਾ। ਤੁਸੀਂ GST ਲਿਆਂਦੀ, ਕੋਈ ਖਦਸ਼ਾ ਸੀ? ਹੁਣ ਮਨਪ੍ਰੀਤ ਬਾਦਲ ਕਰਕੇ ਵੀ ਕਹੀ ਜਾਂਦੇ ਵੀ ਧੱਕਾ ਹੋਇਆ। ਹੁਣ ਤਾਂ ਸਾਡੇ ਆਪਣੇ ਬਾਈ ਜੀ ਵੀ, ਉਹ ਮੀਆਂ ਬੀਬੀ ਪਾਰਟੀ ਵਾਲੇ ਤੁਹਾਡੇ ਸਾਥੀ, ਉਹ ਵੀ ਹੁਣ ਕਹੀ ਜਾਂਦੇ ਵੀ ਧੱਕਾ ਹੋਇਆ। ਵੀ ਇਹ ਖਦਸ਼ੇ ਨਹੀਂ ਹੈ। ਤੁਸੀਂ ਦੱਸੋ ਵੀ ਜਿਹੜਾ ਤੁਸੀਂ ਇਹ ਖੇਤੀਬਾੜੀ ਦਾ ਜਿਹੜਾ ਆਰਡੀਨੈਂਸ ਲੈ ਕੇ, ਕਾਨੂੰਨ ਬਣਾਇਆ, ਜਿਹੜਾ ਆਰਡੀਨੈਂਸ ਲੈ ਕੇ ਆਏ, ਉਦੋਂ ਤਾਂ ਨਾਲ ਰਹੇ ਉਹ ਦੋਵੇਂ ਮੀਆਂ ਬੀਬੀ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਵੀ ਉਹਦੇ ਨਾਲ ਭਲਾ ਕੀ ਹੋਣਾ। ਜੇ ਉਹਦੇ ਨਾਲ ਭਲਾ ਹੋਣਾ ਤੇ ਬਿਹਾਰ ਵਾਲੇ 10 ਕਿੱਲਿਆਂ ਦੇ ਮਾਲਕ ਸਾਡੇ ਕੋਲੇ ਪੰਜਾਬ ਜਾ ਕੇ ਲੇਬਰ ਕਿਉਂ ਕਰਦੇ? ਜੇ ਉਹਦੇ ਨਾਲ ਭਲਾ ਹੋਇਆ, ਇਹ ਕਾਨੂੰਨ ਤੁਸੀਂ ਬਿਹਾਰ 'ਚ ਲਾਗੂ ਕੀਤਾ ਹੋਇਆ। ਸੋ ਇਹ ਗੱਲਾਂ ਸਾਨੂੰ, ਪੰਜਾਬ ਦੇ ਪੁੱਤਾਂ ਨੂੰ, ਖੇਤਾਂ ਦੇ ਪੁੱਤਾਂ ਨੂੰ, ਹਰਿਆਣੇ ਦੇ ਪੁੱਤਾਂ ਨੂੰ
ਮਜ਼ਦੂਰਾਂ ਨੂੰ, ਆੜ੍ਹਤੀਆਂ ਨੂੰ ਐਵੇਂ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ। ਸਿੱਧੇ ਆ ਕੇ ਇਹ ਕਾਨੂੰਨ ਵਾਪਸ ਲਓ ਕਾਨੂੰਨ। ਪਰ ਕੀ ਤੁਹਾਨੂੰ ਲੱਗਦਾ ਸਿਆਸਤਦਾਨ ਐਕਸਪੋਜ਼ ਹੋ ਗਏ ਇਸ ਮੁੱਦੇ ਤੇ? ਹੱਲ ਕੱਲੇ ਪੰਜਾਬੀ ਨੂੰ ਪਤਾ ਲੱਗ ਗਿਆ ਕੌਣ ਕਿਹਦੇ ਨਾਲ ਹੈ? ਦੇਖੋ ਜੀ, ਕਹਿੰਦੇ ਬਾਦਲ ਸਾਹਿਬ ਟਰੈਕਟਰ ਤੇ, ਕੈਪਟਨ ਸਾਹਿਬ ਟਰੈਕਟਰ ਤੇ, ਮੋਦੀ ਸਾਹਿਬ ਦੇ ਬੀਜੇਪੀ ਵਾਲੇ ਉਹ ਵੀ ਟਰੈਕਟਰ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਨਿਗਾਹ ਉਹ ਇਹਨਾਂ ਦੇ ਦੂਰੇ ਕਰੈਕਟਰ ਤੇ। ਸਾਰਿਆਂ ਨੂੰ ਪਤਾ ਲੱਗਾ ਵੀ ਇਹਨਾਂ ਦਾ ਕਰੈਕਟਰ ਦੂਰਾ। ਧੰਨਵਾਦ ਗੱਲਬਾਤ ਕਰਨ ਵਾਸਤੇ। ਕੁਲਤਾਰ ਸਿੰਘ ਸੰਧਵਾ ਸਾਹਿਬ ਗੱਲਬਾਤ ਕਰ ਰਹੇ ਸੀ। ਕੈਮਰਾ ਪਰਸਨ ਪ੍ਰਵਿੰਦਰ ਸਿੰਘ ਦੇ ਨਾਲ ਸਿਮਰਨਜੋਤ ਸਿੰਘ। ਜਦੋਂ ਕਿਸਾਨੀ ਨੂੰ ਲੋੜ ਹੈ ਤਾਂ ਉਦੋਂ ਪੰਜਾਬ ਦੇ ਨਾਲ ਖੜਨ ਵਾਲੇ ਕੱਲੇ ਬੰਦੇ ਦਾ ਚਿਹਰਾ ਯਾਦ ਰੱਖਿਆ ਜਾਊਗਾ। ਤਾਂ ਅਰਵਿੰਦ ਕੇਜਰੀਵਾਲ ਬਹੁਤ ਸਾਦੇ ਢੰਗ ਦੇ ਨਾਲ ਲੋਕਾਂ ਦੇ ਵਿੱਚ ਬੈਠੇ ਨਜ਼ਰ ਆ ਰਹੇ ਨੇ ਔਰ ਹੁਣ ਉਹ ਮੁਖਾਤਬ ਹੋਣਗੇ, ਉਹ ਗੱਲਬਾਤ ਕਰਨਗੇ। ਦਿੱਲੀ ਤੋਂ ਇਹ ਤਸਵੀਰਾਂ ਕਿਸਾਨ ਵਿਰੋਧੀ ਕਾਨੂੰਨ ਵਾਪਸ ਲਓ ਔਰ ਕਿਸਾਨ ਵਿਰੋਧੀ ਕਾਨੂੰਨਾਂ ਦੇ ਬਿੱਲ ਜਿਹੜੇ ਆ ਕਾਪੀਆਂ ਜਿਹੜੀਆਂ ਉਹ ਸਾੜੀਆਂ ਜਾਣੀਆਂ ਆਮ ਆਦਮੀ ਪਾਰਟੀ ਦੇ ਵੱਲੋਂ। ਕੇਜਰੀਵਾਲ ਸੰਬੋਧਨ ਕਰਨਗੇ, ਉਹ ਮੁਖਾਤਬ ਹੋਣਗੇ। ਕੈਮਰਾ ਪਰਸਨ ਪ੍ਰਵਿੰਦਰ ਸਿੰਘ ਦੇ ਨਾਲ ਸਿਮਰਨਜੋਤ ਸਿੰਘ।